ਮੈਨੂੰ ਨਹੀਂ ਪਤਾ ਉਮਰ ਕਿੰਨੀ ਹੋਣੀ, ਰੋ ਕੇ ਮੈਨੂੰ ਕਹਿੰਦੀ ਤਾਂ ਮਤਲਬ ਜੀ ਮੈਂ ਸਵੇਰ ਤੱਕ ਆਪਣੇ ਹਸਬੈਂਡ ਦੀ ਡੈਥ ਦੀ ਵੇਟ ਕਰਾਂਗੀ ਮੈਂ। चंडीगढ़ फिर भी सिचुएशन जी बहुत अच्छी है। बाकी इस तरह तेरा जिस तरह ऑर्गेनाइजेशन है बहुत सपोर्ट कर रही हैं हैगी है। नहीं किते भी नहीं कोई एडमिट ही नहीं कर रहा ਸੀਗਾ, ਪੇਸ਼ੈਂਟ ਨੂੰ ਅਟੈਂਡ ਹੀ ਨਹੀਂ ਕਰ ਰਿਹਾ ਸੀਗਾ। ਕੋਈ ਕਿਤੇ ਵੀ ਜਾਈਏ ਮਤਲਬ ਕੋਈ ਅਟੈਂਡ ਹੀ ਨਹੀਂ ਕਰਦਾ, ਉਹ ਕਹਿੰਦਾ ਜੀ ਸਾਡੇ ਕੋਲ ਬੈੱਡ ਹੀ ਨਹੀਂ ਹੈਗੇ। ਇੱਕ ਜਿਹੜੇ ਕੁਝ ਲੋਕਾਂ ਨੂੰ ਇੰਨਾ ਕੁ ਫੋਬੀਆ ਹੋ ਗਿਆ, ਅਗਲਾ ਕਹਿੰਦਾ ਸਿਲੰਡਰ ਮੇਰੇ ਘਰ ਆਏ ਰੱਖ ਲਓ, ਜਿਹੜਾ ਹਿਸਾਬ ਹੈ ਕੱਲ ਮੇਰੇ ਘਰ ਕੋਈ ਪ੍ਰੋਬਲਮ ਮੈਨੂੰ ਤਾਂ ਮਿਲੇਗਾ ਹੀ ਕੁਝ ਨਹੀਂ। हाँ सर ये गल बिल्कुल ठीक गल है। देखो एक मतलब गवर्नमेंट के मुझे थप्पड़ भी कह सकता मैं है भी 36 आवर च इन्ना वधिया मतलब कोविड सेंटर बनाया है। ਪਹਿਲੇ ਮੈਂ ਸੋਚਦਾ ਸੀ ਜੀ ਤੁਹਾਡੀ ਗੱਲ ਵੀ ਕਾਲਾ ਬਾਜ਼ਾਰੀ ਲੋਕੀ ਰੱਖ ਰਹੇ, ਪਰ ਜੋ ਅੱਜ ਦੀ ਪੋਜੀਸ਼ਨ ਹੈ ਨਾ ਉਹਦੇ 'ਚ ਮੈਨੂੰ ਲੱਗਦਾ ਹਰ ਇੱਕ ਬੰਦਾ ਚਾਹੁੰਦਾ ਮੈਂ ਤੇ ਮੇਰਾ ਪਰਿਵਾਰ ਤੇ ਘੱਟੋ ਘੱਟ ਬਚੇ। 6-7 ਸਾਲ ਹੋ ਗਏ ਮੇਰੇ ਬੀਜੇਪੀ ਨੂੰ, ਠੀਕ ਹੈ। 6 ਸਾਲ 'ਚ ਇਹਨਾਂ ਨੇ ਕੁਝ ਨਹੀਂ ਕੀਤਾ, ਕੋਈ ਗੱਲ ਨਹੀਂ। 1 ਸਾਲ ਤੋਂ ਕੋਵਿਡ ਚੱਲ ਰਿਹਾ ਹੈ, ਇਹਨਾਂ ਨੂੰ ਐਟਲੀਸਟ ਕੁਝ ਸੋਚਣਾ ਚਾਹੀਦਾ ਸੀ 1 ਸਾਲ 'ਚ ਵੀ ਇਹਨਾਂ ਅਰੇਂਜਮੈਂਟ ਕਰਨ। ਬਟ ਅੱਜ ਇਹਨਾਂ ਦੇ ਪੱਲੇ ਪੱਲੇ ਕੁਝ ਨਹੀਂ ਹੈਗਾ, ਮਤਲਬ ਕੋਈ ਫੈਸਿਲਿਟੀ ਨਹੀਂ ਦੇ ਰਹੇ। ਤੁਸੀਂ ਕਿੰਨਾ ਕੁ ਸੈਂਟਰ ਬਣਾਉਣਾ ਚਾਹੁੰਦੇ ਹੋ, ਕਿੰਨੇ ਬੈੱਡ ਦਾ? ਮੈਂ ਕਿਹਾ ਜੀ 50 ਤੋਂ ਘੱਟ ਦਾ ਨਹੀਂ ਬਣਾਵਾਂਗੇ ਅਸੀਂ। ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਜਨਤਾ ਦੀ, ਇਹਨਾਂ ਨੂੰ ਸਿਰਫ ਆਪਣੇ ਆਪ ਤੋਂ ਮਤਲਬ ਹੈ। ਆਪਣੇ ਰੈਲੀਆਂ ਕਰਾ ਲਓ, ਇਲੈਕਸ਼ਨ ਜਿੱਤਵਾ ਲਓ, ਇਹ ਕਰ ਲਓ, ਬਸ ਦੈਟਸ ਇਟ। ਤੇ ਕਹਿੰਦੇ ਕਿੰਨੇ ਦਿਨਾਂ 'ਚ ਬਣਾਓਗੇ? ਮੈਂ ਕਿਹਾ ਜੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਵੀ ਤੇ 48 ਘੰਟੇ ਦੇ ਵਿੱਚ ਅਸੀਂ ਪੇਸ਼ੈਂਟ ਅੰਦਰ ਕਰ ਲਾਂਗੇ। ਤੇ ਉੱਥੇ ਇੱਕ ਅਫਸਰ ਬੈਠਾ ਸੀ, ਮੈਨੂੰ ਬੜੀ ਚੰਗੀ ਤਰ੍ਹਾਂ ਪੁਰਾਣਾ ਜਾਂਦਾ, ਤੇ ਉਹ ਉਹਨਾਂ ਨੂੰ ਕਹਿਣ ਲੱਗਾ, ਕਹਿੰਦੇ ਜੀ ਇਹਨਾਂ ਨੂੰ ਤੁਸੀਂ ਦੇ ਦਿਓ, ਦੇਰ ਨਾ ਕਰਨਾ, ਤੁਸੀਂ ਇਹਨਾਂ ਨੂੰ ਚਿੱਠੀ ਦਿਓ ਤੇ ਤੁਸੀਂ ਫਿਰ ਦੇਖਣਾ। ਤੁਸੀਂ ਇਹ ਚੰਡੀਗੜ੍ਹ ਦੀ ਸਾਰੀ ਸੰਗਤ ਨਾਲ ਲੈ ਕੇ ਘੁੰਮਦੇ ਆ। भगवान करे सिचुएशन अंडर कंट्रोल रहे, मगर बाकी शहरों में बहुत ही सिचुएशन ख़राब है, जिसके कारण लोग चंडीगढ़ आना थोड़ा प्रेफर कर रहे हैं। मगर अगर इसी तरह सिचुएशन रही तो बहुत मुश्किल समय सबको हमें देखना पड़ेगा। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਕਰੋਨਾ ਦੀ ਬਿਮਾਰੀ ਦੇ ਵਿੱਚ ਕਿਹੋ ਜਿਹਾ ਮਾਹੌਲ ਹੈਗਾ, ਇਸ ਮਾਹੌਲ ਤੋਂ ਹਰੇਕ ਵਿਅਕਤੀ ਭਲੀ ਭਾਂਤ ਜਾਣੂ ਹੈਗਾ। ਸਰਕਾਰਾਂ ਕਿਸ ਤਰੀਕੇ ਦੇ ਨਾਲ ਕੋਸ਼ਿਸ਼ ਕਰ ਰਹੀਆਂ, ਪਰ ਉਹ ਕੋਸ਼ਿਸ਼ ਦੇ ਵਿੱਚ ਸਭ ਤੋਂ ਵੱਡੇ ਸਵਾਲ ਇਹੀ ਨੇ ਕਿ 1 ਸਾਲ ਦੇ ਵਿੱਚ ਕੀ ਅਸੀਂ ਕੋਸ਼ਿਸ਼ਾਂ ਹੀ ਨਹੀਂ ਕਰ ਸਕੇ। ਪਰ ਅਜਿਹੇ ਮਾਹੌਲ ਦੇ ਵਿੱਚ ਜਿੱਥੇ ਸਰਕਾਰਾਂ ਦਾ ਸਿਸਟਮ ਕਿਤੇ ਨਾ ਕਿਤੇ ਫੇਲ ਨਜ਼ਰ ਆ ਰਿਹਾ, ਉੱਥੇ ਗੁਰੂ ਦੇ ਸਿੱਖ ਜਿਹੜੇ ਨੇ ਆਪਣੇ ਵੱਲੋਂ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੀ ਬਾਂਹ ਫੜੀ ਜਾਵੇ। ਇਸ ਵਕਤ ਅਸੀਂ ਚੰਡੀਗੜ੍ਹ ਦੇ 23 ਸੈਕਟਰ ਦੇ ਵਿੱਚ ਮੌਜੂਦ ਹਾਂ। 13 ਕੋਵਿਡ ਸੈਂਟਰ ਜਿਹੜਾ ਇੱਥੇ ਬਣਾ ਦਿੱਤਾ ਗਿਆ। ਕੁਝ ਹੀ ਘੰਟਿਆਂ ਦੇ ਵਿੱਚ ਇਹ ਉਪਰਾਲਾ ਕੀਤਾ ਗਿਆ ਹਰਜੀਤ ਸਿੰਘ ਸਭਰਵਾਲ ਦੇ ਵੱਲੋਂ ਕਿ ਇਸ ਤਰੀਕੇ ਨਾਲ ਕੁਝ ਹੀ ਪਲਾਂ ਦੇ ਵਿੱਚ ਇਹ ਕੋਵਿਡ ਸੈਂਟਰ ਬਣਾ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਅੰਦਰ ਜਾ ਕੇ ਤੁਹਾਨੂੰ ਤਸਵੀਰਾਂ ਵੀ ਦਿਖਾਉਣੀਆਂ, ਪਰ ਇੱਥੇ ਅਸੀਂ ਹਾਲੇ ਗੇਟ ਤੇ ਮੌਜੂਦ ਹਾਂ। ਪੁਲਿਸ ਦੇ ਪ੍ਰਬੰਧ ਕੀਤੇ ਗਏ ਨੇ, ਚੈਕਿੰਗ ਕਰਕੇ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਤੇ ਨਾਲ ਦੀ ਨਾਲ ਸਿੱਧੇ ਤੌਰ ਤੇ ਆਕਸੀਜਨ ਦੀ ਸਭ ਤੋਂ ਵੱਡੀ ਦਿੱਕਤ ਜਿਹੜੀ ਹੈ, ਕਿੱਲਤ ਜਿਹੜੀ ਹੈ, ਉਸ ਦੀ ਸਮੱਸਿਆ ਨੂੰ ਹੱਲ ਕਰ ਰਹੇ ਨੇ। ਲੋਕਾਂ ਤੱਕ ਪਹਿਲਾਂ ਆਕਸੀਜਨ ਪਹੁੰਚਾਉਣੀ ਸ਼ੁਰੂ ਕੀਤੀ ਤੇ ਹੁਣ 50 ਬੈੱਡ ਦਾ ਕੋਵਿਡ ਸੈਂਟਰ ਹੀ ਤਿਆਰ ਕਰ ਦਿੱਤਾ ਗਿਆ। ਉਹਨਾਂ ਦੇ ਕੰਮ ਨੂੰ ਦੇਖਦੇ ਹੋਏ ਸਿੱਧੇ ਤੌਰ ਤੇ ਡੀਸੀ ਅਤੇ ਹੋਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਵੀ ਉਹਨਾਂ ਤੱਕ ਪਹੁੰਚ ਕਰਕੇ ਜਾਣ ਰਹੇ ਨੇ ਕਿ ਕਿਸ ਤਰੀਕੇ ਨਾਲ ਇੰਨੇ ਘੱਟ ਸਮੇਂ ਦੇ ਵਿੱਚ ਇਹ ਉਪਰਾਲਾ ਕੀਤਾ ਗਿਆ। ਅੰਦਰ ਚੱਲਦੇ ਹਾਂ ਤੇ ਜਾਣਦੇ ਹਾਂ ਉਹਨਾਂ ਦੇ ਵੱਲੋਂ ਇਹ ਉਪਰਾਲਾ ਜਿਹੜਾ ਕੀਤਾ ਗਿਆ, ਇਸ ਦੇ ਪਿੱਛੇ ਮਨੋਰਥ ਕੀ ਹੈਗਾ। ਸਾਡੇ ਨਾਲ ਕੁਝ ਸੱਜਣ ਮੌਜੂਦ ਨੇ, ਉਹਨਾਂ ਨਾਲ ਵੀ ਤਾਰਫ ਕਰਾਉਣਾ ਹੈ। 13 ਕੋਵਿਡ ਕੇਅਰ ਸੈਂਟਰ ਕੁਝ ਹੀ ਘੰਟਿਆਂ ਦੇ ਵਿੱਚ, ਕੁਝ ਹੀ ਪਲਾਂ ਦੇ ਵਿੱਚ ਖੜਾ ਕਰ ਦਿੱਤਾ ਗਿਆ। ਸਾਡੇ ਨਾਲ ਹਰਜੀਤ ਸਿੰਘ ਸਭਰਵਾਲ ਨੇ ਗੱਲਬਾਤ ਕਰਨੀ ਹੈ, ਕਿਉਂਕਿ ਇਹ ਉਹ ਨਾਮ ਹੈਗਾ ਜਿਹੜਾ ਪਿਛਲੇ ਕਈ ਦਿਨਾਂ ਤੋਂ ਜੰਗੀ ਪੱਧਰ ਤੇ ਲੋਕਾਂ ਦੇ ਵਿੱਚ ਸੇਵਾ ਕਰ ਰਹੇ ਨੇ, ਆਕਸੀਜਨ ਪਹੁੰਚਾਉਣ ਦਾ ਕੰਮ ਕਰ ਰਹੇ ਨੇ। ਤੇ ਹੁਣ ਸਿੱਧੇ ਤੌਰ ਤੇ ਇੱਕ ਕੋਵਿਡ ਸੈਂਟਰ ਹੀ ਤਿਆਰ ਕਰ ਦਿੱਤਾ ਗਿਆ ਤੇ ਡੀਸੀ ਤੱਕ, ਪ੍ਰਸ਼ਾਸਨ ਦੇ ਅਧਿਕਾਰੀ ਤੱਕ ਇਹਨਾਂ ਤੋਂ ਆਣ ਕੇ ਪੁੱਛ ਰਹੇ ਨੇ ਕਿ ਇੰਨੀ ਛੇਤੀ ਇੰਨਾ ਵੱਡਾ ਉਪਰਾਲਾ ਕਿਸ ਤਰੀਕੇ ਨਾਲ ਕੀਤਾ। ਬੜੀ ਹੈਰਾਨੀ ਹੈ ਕਿ ਸਰਕਾਰਾਂ ਦਾ ਸਿਸਟਮ ਫੇਲ ਨਜ਼ਰ ਆ ਰਿਹਾ, ਪਰ ਸਿੱਖ ਲੋਕ ਜਿਹੜੇ ਹੈਗੇ ਨੇ ਉਹ ਆਪਣੇ ਤੌਰ ਤੇ ਉਚੇਚੇ ਤੌਰ ਤੇ ਸੇਵਾ ਕਰ ਰਹੇ ਨੇ। ਅਸੀਂ ਪਿਛਲੇ ਦਿਨਾਂ ਦੇ ਵਿੱਚ ਸਚਦੇਵਾ ਸਰ ਦੀ ਸਟੋਰੀ ਕੀਤੀ ਸੀ, ਉਹਨਾਂ ਨੇ ਤੁਹਾਡੇ ਬਾਰੇ ਦੱਸਿਆ ਕਿ ਤੁਸੀਂ ਕਿਸ ਤਰੀਕੇ ਨਾਲ ਜੰਗੀ ਪੱਧਰ ਤੇ ਕੰਮ ਕਰ ਰਹੇ ਹੋ। ਆਕਸੀਜਨ ਤੋਂ ਹੁਣ ਕੋਵਿਡ ਸੈਂਟਰ ਤੱਕ ਇਹ ਸਫ਼ਰ ਕਿਵੇਂ ਤੈਅ ਕੀਤਾ? ਜਿਵੇਂ ਆਪ ਜੀ ਨੂੰ ਪਤਾ ਹੈ, ਕਰੋਨਾ ਦੇ ਕਰਕੇ 10 ਕੁ ਦਿਨ ਪਹਿਲੇ ਇੱਕੋਦਮ ਸਪਾਈਕ ਆ ਗਈ। ਲੋਕਾਂ ਨੂੰ ਘਰਾਂ 'ਚ ਸਿਲੰਡਰ, ਆਕਸੀਜਨ ਇਹਦੀ ਬਹੁਤ ਸਖਤ ਲੋੜ ਸੀ ਤੇ ਸਾਨੂੰ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ। ਅਸੀਂ ਕਿਹਾ ਚਲੋ ਸ਼ੁਰੂਆਤ ਇਹਦੇ ਕਰੀਏ। ਉਹ 7 ਦਿਨ ਜਿਹੜਾ ਅਸੀਂ ਤਕਰੀਬਨ 470 ਤੋਂ ਉੱਤੇ ਪਰਿਵਾਰਾਂ ਨੂੰ ਜਿਹੜਾ ਉਹ ਆਕਸੀਜਨ ਸਿਲੰਡਰ ਉਹਨਾਂ ਦੇ ਘਰ ਪਹੁੰਚਾਉਣ 'ਚ ਅਸੀਂ ਕਾਇਮ ਹੋ ਗਏ। 22 ਮਸ਼ੀਨਾਂ ਕੰਸੈਂਟਰੇਸ਼ਨ ਦੀਆਂ ਅਸੀਂ ਉਹਨਾਂ ਨੂੰ ਦਿੱਤੀਆਂ।
ਪਰ ਉਹ ਸਾਡਾ ਕੋਈ ਨੰਬਰ ਇੰਨਾ ਕੁ ਵਾਇਰਲ ਹੋ ਗਿਆ, ਉਸ ਤੋਂ ਬਾਅਦ ਮੈਨੂੰ ਦਿਨ 400 ਫੋਨ ਆਉਣੇ ਸ਼ੁਰੂ ਹੋ ਗਏ ਕਿ ਆਕਸੀਜਨ ਤੋਂ ਇਲਾਵਾ ਵੀ ਲੋਕੀ ਇਤਨੇ ਪਰੇਸ਼ਾਨ ਸੀ ਵੀ ਸਾਨੂੰ ਕਿਧਰੇ ਬੈੱਡ ਨਹੀਂ ਮਿਲ ਰਿਹਾ, ਸਾਨੂੰ ਕਿੱਥੇ ਆਕਸੀਜਨ ਨਹੀਂ ਮਿਲ ਰਹੀ, ਸਾਨੂੰ ਕਿੱਥੇ ਵੈਂਟੀਲੇਟਰ ਨਹੀਂ ਮਿਲ ਰਿਹਾ। ਔਰ ਇੱਕ ਦਿਨ ਤਾਂ ਰਾਤੀ 3 ਵਜੇ ਮੈਨੂੰ ਕਾਲ ਆਈ, ਜਿੱਥੋਂ ਮੈਨੂੰ ਲੱਗਿਆ ਕਿ ਇਹ ਮੈਨੂੰ ਸੇਵਾ ਦੀ ਮੇਰੀ ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ। ਇੱਕ ਲੇਡੀ ਮੈਨੂੰ 2:30 ਕਿ 3 ਵਜੇ ਦਾ ਟਾਈਮ ਹੋਣਾ, ਰਾਤੀ ਮੈਨੂੰ ਫੋਨ ਕਰਕੇ ਕਹਿੰਦੀ ਵੀ ਜੀ ਮੈਨੂੰ ਆਕਸੀਜਨ ਦਾ ਸਿਲੰਡਰ ਚਾਹੀਦਾ। ਮੈਂ ਕਿਹਾ ਉਹ ਅਵੇਲੇਬਲ ਨਹੀਂ ਹੈ। ਕਹਿੰਦੇ ਕਿਧਰੇ ਬੈੱਡ ਦਵਾ ਦਿਓ, ਮੈਂ ਕਿਹਾ ਉਹ ਵੀ ਕਿਧਰੇ ਅਵੇਲੇਬਲ ਨਹੀਂ, ਕਿਤੇ ਵੈਂਟੀਲੇਟਰ ਦਾ ਦਿਓ ਨਹੀਂ। ਅਲਟੀਮੇਟਲੀ ਉਹ ਕੁੜੀ ਨੇ, ਮੈਨੂੰ ਨਹੀਂ ਪਤਾ ਉਮਰ ਕਿੰਨੀ ਹੋਣੀ, ਰੋ ਕੇ ਮੈਨੂੰ ਕਹਿੰਦੀ ਇਹਦਾ ਮਤਲਬ ਵੀ ਜੀ ਮੈਂ ਸਵੇਰ ਤੱਕ ਆਪਣੇ ਹਸਬੈਂਡ ਦੀ ਡੈਥ ਦੀ ਵੇਟ ਕਰਾਂਗੀ ਵੀ ਮੈਨੂੰ ਕਿਧਰੇ ਕੋਈ ਹੈਲਪ ਨਹੀਂ, ਕੋਈ ਹਸਪੀਟਲ ਨਹੀਂ, ਕੋਈ ਸਰਕਾਰ ਨਹੀਂ, ਕੋਈ ਕੁਛ ਨਹੀਂ ਮਿਲ ਰਿਹਾ। ਤੇ ਮੈਨੂੰ ਲੱਗਿਆ ਵੀ ਇਹ ਤਾਂ ਸਿਲੰਡਰ ਵੀ ਅਸੀਂ ਕਿੰਨੇ ਘਰਾਂ 'ਚ ਦੇਵਾਂਗੇ, ਉਹਦੀ ਵੀ ਲਿਮਿਟੇਸ਼ਨ ਹੈ। ਦੂਜੀ ਇਹ ਸਿਲੰਡਰ ਗਾਇਬ ਹੋਣੇ ਸ਼ੁਰੂ ਹੋ ਗਏ ਮਾਰਕੀਟ। ਇੱਕ ਜਿਹੜੇ ਕੁਛ ਲੋਕਾਂ ਨੂੰ ਇੰਨਾ ਕੁ ਫੋਬੀਆ ਹੋ ਗਿਆ, ਅਗਲਾ ਕਹਿੰਦਾ ਸਿਲੰਡਰ ਮੇਰੇ ਘਰ ਆਏ ਰੱਖ ਲਓ, ਜਿਹੜਾ ਹਿਸਾਬ ਹੈ ਕੱਲ ਮੇਰੇ ਘਰ ਕੋਈ ਪ੍ਰੋਬਲਮ ਮੈਨੂੰ ਤਾਂ ਮਿਲੇਗਾ ਹੀ ਕੁਛ ਨਹੀਂ। ਉਹ ਲੋਕਾਂ ਨੇ ਰੱਖਣੇ ਸ਼ੁਰੂ ਕਰ ਦਿੱਤੇ। ਕਾਲਾਬਾਜ਼ਾਰੀ ਸ਼ੁਰੂ ਹੋ ਗਈ ਕਿਤੇ ਨਾ ਕਿਤੇ ਉਸ ਚੱਕਰ ਦੇ। ਪਹਿਲੇ ਮੈਂ ਸੋਚਦਾ ਸੀ ਜੀ ਤੁਹਾਡੀ ਗੱਲ ਵੀ ਕਾਲਾਬਾਜ਼ਾਰੀ ਲੋਕੀ ਰੱਖ ਰਹੇ, ਪਰ ਜੋ ਅੱਜ ਦੀ ਪੋਜੀਸ਼ਨ ਹੈ ਨਾ, ਉਹਦੇ 'ਚ ਮੈਨੂੰ ਲੱਗਦਾ ਹਰ ਇੱਕ ਬੰਦਾ ਚਾਹੁੰਦਾ ਮੈਂ ਤੇ ਮੇਰਾ ਪਰਿਵਾਰ ਤੇ ਘੱਟੋ ਘੱਟ ਬਚੇ। ਉਹ ਆਪਣੀ ਜਗ੍ਹਾ ਤੇ ਠੀਕ ਸੀ। ਤੇ ਉਸ ਤੋਂ ਬਾਅਦ ਅਜੇ ਮੈਂ ਉਹਦੇ 'ਚ ਹੀ ਸੀ ਤੇ ਐਡਵਾਈਜ਼ਰ ਸਾਹਿਬ ਨੇ ਅਪੀਲ ਕੀਤੀ NGOs ਵੀ ਅਸੀਂ ਤੁਹਾਨੂੰ ਜਗ੍ਹਾ ਦਿੰਦੇ ਹਾਂ ਤੇ ਤੁਸੀਂ ਕੋਵਿਡ ਸੈਂਟਰ ਬਣਾਓ। ਸਾਰਿਆਂ ਨਾਲ ਪਹਿਲੇ ਮੈਂ ਪਹੁੰਚ ਗਿਆ, ਗਰਗ ਸਾਹਿਬ ਨੋਡਲ ਅਫਸਰ ਤੇ ਉਹਨਾਂ ਨੇ ਸਿੱਧਾ ਹੀ ਮੈਨੂੰ ਪੁੱਛਿਆ ਕਿ ਤੁਸੀਂ ਕਿੰਨਾ ਕੁ ਸੈਂਟਰ ਬਣਾਉਣਾ ਚਾਹੁੰਦੇ ਹੋ, ਕਿੰਨੇ ਬੈੱਡ ਦਾ। ਮੈਂ ਕਿਹਾ ਜੀ 50 ਤੋਂ ਘੱਟ ਦਾ ਨਹੀਂ ਬਣਾਵਾਂਗੇ ਅਸੀਂ, ਵੀ ਇੰਨੀ ਮਿਹਨਤ ਕਰਾਂਗੇ, ਸਭ ਕੁਝ ਕਰਾਂਗੇ, ਪਰ ਮੈਂ ਕਿਹਾ ਅਸੀਂ ਕੋਵਿਡ ਕੁਆਰੰਟਾਈਨ ਸੈਂਟਰ ਨਹੀਂ ਬਣਾਵਾਂਗੇ, ਪ੍ਰੋਪਰ ਹਸਪੀਟਲ ਸੈਟਅਪ ਦੇਵਾਂਗੇ ਆਕਸੀਜਨ ਤੱਕ। ਤੇ ਕਹਿੰਦੇ ਕਿੰਨੇ ਦਿਨਾਂ 'ਚ ਬਣਾਓਗੇ। ਮੈਂ ਕਿਹਾ ਜੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਵੀ ਤੇ 48 ਘੰਟੇ ਦੇ ਵਿੱਚ ਅਸੀਂ ਪੇਸ਼ੈਂਟ ਅੰਦਰ ਕਰ ਲਾਂਗੇ। ਤੇ ਉੱਥੇ ਇੱਕ ਅਫਸਰ ਬੈਠਾ ਸੀ, ਮੈਨੂੰ ਬੜੀ ਚੰਗੀ ਤਰ੍ਹਾਂ ਪੁਰਾਣਾ ਜਾਂਦਾ, ਤੇ ਉਹ ਉਹਨਾਂ ਨੂੰ ਕਹਿਣ ਲੱਗਾ, ਕਹਿੰਦੇ ਜੀ ਇਹਨਾਂ ਨੂੰ ਤੁਸੀਂ ਦੇ ਦਿਓ, ਦੇਰ ਨਾ ਕਰਨਾ, ਤੁਸੀਂ ਇਹਨਾਂ ਨੂੰ ਚਿੱਠੀ ਦਿਓ ਤੇ ਤੁਸੀਂ ਫਿਰ ਦੇਖਣਾ, ਤੁਸੀਂ ਇਹ ਚੰਡੀਗੜ੍ਹ ਦੀ ਸਾਰੀ ਸੰਗਤ ਨਾਲ ਲੈ ਕੇ ਘੁੰਮਦੇ ਆ। ਉਸ ਬੰਦੇ ਨੇ ਬੜਾ ਅੱਛਾ ਮੈਨੂੰ ਜੀ 4 ਘੰਟੇ 'ਚ ਮੈਨੂੰ ਪਰਮਿਸ਼ਨ ਲੈਟਰ ਦੇ ਦਿੱਤੀ ਤੇ 36 ਘੰਟੇ 'ਚ ਇਹ ਜਿਹੜਾ ਤੁਸੀਂ ਦੇਖੋ ਪਹਿਲਾ ਯੂਨਿਟ ਹੈ ਕਿ ਪਰ ਅਸੀਂ ਹਰ ਬੈੱਡ ਤੇ ਆਕਸੀਜਨ ਹਸਪੀਟਲ ਦੀ ਤਰ੍ਹਾਂ ਦਿੱਤੀ ਹੈ, ਟਰਮੀਨਲ ਲਾ ਕੇ। ਅਦਰਵਾਈਜ਼ 50 ਬੈੱਡ ਆਕਸੀਜਨ ਦੇ ਹੋਣਗੇ ਤੇ 50 ਸਿਲੰਡਰ ਤੇ 50 ਬੈਕਿੰਗ, 100 ਸਿਲੰਡਰ ਪਹਿਲੀ ਗੱਲ ਲਿਆਉਣਾ। ਇੱਥੇ ਸਾਨੂੰ 16 ਸਿਲੰਡਰ 'ਚ ਹੀ ਸਾਹ ਫੁੱਲਿਆ ਪਿਆ, ਪਰ ਨੀਚੇ ਭਰੇ ਨਹੀਂ ਜਾ ਰਹੇ, ਬੁਰੀ ਹਾਲਤ ਹੋ ਰਹੀ ਸਾਡੀ। ਤੇ ਅਸੀਂ ਇਹ ਸੈਂਟਰਲਾਈਜ਼ ਰਾਤੋਂ ਰਾਤ ਦਿੱਲੀੋਂ ਟੀਮਾਂ ਆਈਆਂ ਸਾਡੀਆਂ, ਉਹ ਲਾਈਆਂ ਇੱਥੇ ਜਨਰੇਟਰ ਸੈਟਅਪ, ਸਾਰੇ ਸੈਟਅਪ ਅਸੀਂ ਇਹਨਾਂ ਦੇ ਕੀਤੇ। ਫਿਰ ਸਾਨੂੰ ਇਹ ਆਇਆ ਵੀ ਪੇਸ਼ੈਂਟ ਜਿਹੜਾ ਆਏਗਾ ਘਰੋਂ, ਚੰਗੇ ਘਰੋਂ ਦੂਜੇ ਵੀ ਹੋਏ ਤੇ 6 ਦਿਨ ਕਮਰੇ 'ਚ ਬੰਦ ਰਹਿਣਾ। ਤੇ ਹੁਣ ਸਾਰਿਆਂ ਨੇ ਸਲਾਹ ਕੀਤੀ TV ਲਓ, ਖਰਚਾ। ਉਹ ਕਹਿੰਦੇ ਕਿ ਮੈਂ ਕਿਹਾ ਤੁਸੀਂ ਚਿੰਤਾ ਨਾ ਕਰੋ, ਤੁਸੀਂ ਸਾਰਿਆਂ 'ਚ TV ਫਸਟ ਕਲਾਸ ਅਰੇਂਜਮੈਂਟ ਵੀ ਇਹਨਾਂ ਦਾ। ਫਿਰ ਡਾਕਟਰਸ ਦੀ ਟੀਮ, ਐਕਸਪਰਟ ਟੀਮ ਅਸੀਂ ਸਾਈਨ ਕੀਤੀ ਹੈ ਇੱਥੇ ਜੀ, ਜਿਹਦੇ 2 ਡਾਕਟਰ ਤੇ 5 ਨਰਸਾਂ ਹਰ ਟਾਈਮ ਅੰਦਰ ਅਵੇਲੇਬਲ ਰਹਿੰਦੀਆਂ। 2 ਡਾਕਟਰ ਬਾਹਰ, ਸੀਨੀਅਰ ਡਾਕਟਰ ਇੱਥੇ ਬਾਹਰ ਜਿਹੜੇ ਅਸੀਂ ਕੰਟਰੋਲ ਰੂਮ ਬਣਾਇਆ, ਉਹ ਉੱਥੇ ਹੁੰਦੇ ਆ। ਉਹ ਜੋ ਹੀ ਪੇਸ਼ੈਂਟ ਕੋਈ ਆਏਗਾ ਉਹ ਸਾਰਿਆਂ ਨਾਲ ਪਹਿਲੇ ਸਕਰੀਨਿੰਗ ਉਹ ਕਰਦੇ ਆ। ਸੱਭਰਵਾਲ ਸਾਹਿਬ, ਬੜੀ ਲੋੜ ਸੀਗੀ ਇੱਦਾਂ ਦੀਆਂ ਚੀਜ਼ਾਂ ਦੀ, ਤੁਸੀਂ 48 ਘੰਟਿਆਂ ਦੇ ਵਿੱਚ ਹੀ ਇਹ ਚੀਜ਼ ਤਿਆਰ ਕਰ ਦਿੱਤੀ, ਪਰ ਵੱਡਾ ਸਵਾਲ ਹੈ ਕਿ ਪ੍ਰਸ਼ਾਸਨ ਕਿਉਂ ਨਹੀਂ ਕਰ ਪਾ ਰਿਹਾ? ਕਾਰਨ ਕੀ ਲੱਗਦੇ ਨੇ? ਪ੍ਰਸ਼ਾਸਨ ਦਾ ਹੈ ਜੀ, ਇਹਨਾਂ ਦੀ ਅਪਰੂਵਲਸ, ਸੈਂਕਸ਼ਨਸ, ਉਹ ਕਈ ਟੇਬਲਾਂ ਤੋਂ ਫਾਈਲਾਂ ਕਹਿੰਦੀਆਂ। ਸਾਡੇ ਤਾਂ ਕੰਮ ਹੀ ਸਿੱਧਾ ਦੇਸੀ ਜੇ ਕੰਮ ਨੇ ਵੀ ਅਸੀਂ ਤਾਂ ਗੁਰੂ ਨਾਨਕ ਸਾਹਿਬ ਨੂੰ ਜਵਾਬ ਦੇਣਾ। ਜੇ ਗੁਰੂ ਨਾਨਕ ਸਾਹਿਬ ਸਾਨੂੰ ਸੰਗਤਾਂ ਦੇ ਥਰੂ ਪੈਸੇ ਸਾਨੂੰ ਸੇਵਾ ਕਰਾ ਰਹੇ ਤੇ ਅਸੀਂ ਕੋਈ ਕਿਸੇ ਕੋਲ ਪੁੱਛਣਾ ਨਹੀਂ, ਕਿਸੇ ਕੋਲ ਕੁਝ ਨਹੀਂ ਕਰਨਾ, ਅਸੀਂ ਤਾਂ ਪੈਸਾ ਖਰਚੀ ਜਾਣਾ। ਹਿਸਾਬ ਪਤਾ ਜੇ ਅਸੀਂ ਗੜਬੜ ਕਰਾਂਗੇ ਬਾਪੂ ਆਪੇ ਦੇਖ ਲੇਗਾ ਸਭ। ਸੱਭਰਵਾਲ ਸਾਹਿਬ, ਬੜੀ ਅਹਿਮ ਚੀਜ਼ ਹੈ, ਬੜੀ ਅਹਿਮ ਲੜਾਈ ਹੈ। ਲੋਕਾਂ ਦੇ ਜ਼ਮੀਰ ਪਰਖੇ ਜਾ ਰਹੇ ਨੇ ਇਸ ਦੇ ਵਿੱਚ, ਕਿਉਂਕਿ ਇਸ ਵਕਤ ਜਿਸ ਤਰੀਕੇ ਨਾਲ ਇਸ ਬਿਮਾਰੀ ਦਾ ਲੋਕ ਕਈ ਨਜਾਇਜ਼ ਫਾਇਦਾ ਵੀ ਚੱਕ ਰਹੇ ਨੇ। ਬੜੀ ਹੈਰਾਨੀ ਹੁੰਦੀ ਹੈ ਕਿ ਇੰਨੀ ਦੁੱਖ ਦੀ ਘੜੀ ਦੇ ਵਿੱਚ ਲੋਕਾਂ ਦੀ ਬਾਂਹ ਕੀ ਫੜਨੀ, ਸਗੋਂ ਉਲਟਾ ਉਹਨਾਂ ਤੋਂ ਵਾਧੂ ਪੈਸੇ ਵਸੂਲੇ ਜਾ ਰਹੇ ਨੇ। ਸ਼ੁਰੂਆਤ ਤੁਸੀਂ ਆਕਸੀਜਨ ਦੇ ਸਿਲੰਡਰ ਪਹੁੰਚਾਉਣ ਤੋਂ ਕੀਤੀ ਸੀ, ਕਿੰਨੇ ਕੁ ਲੋਕਾਂ ਤੱਕ ਪਹੁੰਚ ਹੋਈ? ਕਿੰਨੇ ਸਿਲੰਡਰ ਤੁਸੀਂ ਪਹੁੰਚਾ ਚੁੱਕੇ ਹੋ? 470 ਤੋਂ ਉੱਤੇ ਸਿਲੰਡਰ ਸੀ ਤੇ ਤਕਰੀਬਨ 1000 ਲੋਕਾਂ ਦੀ ਰੀਫਿਲਿੰਗ ਜਿਹੜੀ ਗੁਰੂ ਨਾਨਕ ਸਾਹਿਬ ਨੇ ਕਰਾਈ ਹੈ। ਤੇ ਹੁਣ ਪਰਸੋਂ ਸ਼ਾਮ ਨੂੰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਸਾਰੇ ਅਫਸਰ, ਐਡਵਾਈਜ਼ਰਸ, ਉਹਨਾਂ ਨੂੰ ਬੜੀ ਪ੍ਰੇਜ਼ ਕੀਤੀ ਵੀ ਇੰਨਾ ਵਧੀਆ ਸੈਟਅਪ ਇਹਨਾਂ ਨੇ ਜੰਗੀ ਪੱਧਰ ਤੇ ਬਣਾਇਆ। ਉਹ ਇੱਥੇ ਆ ਕੇ ਇੰਨੇ ਕੁ ਖੁਸ਼ ਹੋਏ ਦੇਖ ਕੇ, ਇੰਨੇ ਖੁਸ਼ ਜਜ਼ਬਾ ਦੇਖ ਕੇ ਖੁਸ਼ ਹੋਏ। ਕੱਲ੍ਹ ਫਿਰ ਮੈਨੂੰ DC ਸਾਹਿਬ ਨੇ ਸੱਦਿਆ ਸੀ ਤੇ ਉਹਨੇ ਕਹਿੰਦਾ ਜੀ ਸੱਭਰਵਾਲ ਜੀ, ਗੱਲ ਇਹ ਹੈ ਸਾਨੂੰ ਬਹੁਤ ਲੋੜ ਹੈ ਇਸ ਸਮੇਂ ਕੰਮ ਦੀ, ਤੇ ਸਾਨੂੰ ਲੱਗ ਰਿਹਾ ਵੀ ਤੁਹਾਡੀ ਜਿਹੜੇ ਆ ਸੰਸਥਾ ਔਰ ਗਰੁੱਪ ਜਿਹੜਾ ਇਹੀ ਕੰਮ ਕਰ ਸਕਦੀ ਇਹਦੇ ਵਿੱਚ, ਤੇ ਤੁਸੀਂ ਸਾਨੂੰ ਨਹੀਂ ਪਤਾ 4-6 ਦਿਨ 'ਚ 100 ਬੈੱਡ ਦਾ ਹਸਪਤਾਲ ਉਹ ਬਣਾ ਦਿਓ। ਤੇ ਉਹਨਾਂ ਨੇ ਸਾਨੂੰ ਇਨਫੋਸਿਸ ਸਰਾਂ ਜਿਹੜੀ ਹੈ ਉਹ ਸਾਨੂੰ ਦੇ ਦਿੱਤੀ ਹੈ।
ਤੇ ਕੱਲ ਤੋਂ ਅਸੀਂ ਕੰਮ ਸ਼ੁਰੂ ਕਰ ਦਾਂਗੇ। ਬਾਬੇ ਨਾਨਕ ਦੀ ਕਿਰਪਾ ਰਹੀ, ਐਤਵਾਰ ਤੋਂ ਮਤਲਬ 150 ਦੀ ਕਪੈਸਿਟੀ ਤੇ ਸਾਡੀ ਹੋ ਜਾਏਗੀ। ਤੇ ਮੈਨੂੰ ਲੱਗਦਾ ਚੰਡੀਗੜ੍ਹ ਦੇ ਹੁਣ ਚੰਡੀਗੜ੍ਹ ਦੀ ਪ੍ਰੋਬਲਮ ਹੈ, ਲੋਕਲ ਪੇਸ਼ੈਂਟ ਤੋਂ ਬਾਹਰ ਪੇਸ਼ੈਂਟ ਬਹੁਤ ਆ ਰਿਹਾ ਤੇ ਪਰ ਉਹ ਜਿੰਨਾ ਕੁ ਸਹਿਯੋਗ, ਜਿੰਨਾ ਕੁ ਲੋਕਾਂ ਦਾ ਦੁੱਖ ਅਸੀਂ ਵੰਡ ਸਕੀਏ ਤੇ ਉਨਾ ਹੀ ਅਸੀਂ ਸੋਚਦੇ ਹਾਂ ਆਪ ਵੀ ਸਾਡੇ ਤੇ ਪਰਿਵਾਰਾਂ ਤੇ ਬਖਸ਼ਿਸ਼ਾਂ ਰਹਿਣਗੀਆਂ ਤੇ ਕਿਰਪਾ ਜਿਹੜੇ ਸਹਿਯੋਗ ਦੇ ਰਹੇ ਨੇ ਮੈਨੂੰ, ਜਿੰਨੇ ਫੋਨ ਆ ਰਹੇ ਨੇ, ਮੈਂ ਰੋਣ ਲੱਗ ਪੈਂਦਾ ਕਿ ਕੱਲ ਰਾਤੀ ਦੀ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਾਂ। ਰਾਤੀ 11 ਵਜੇ ਇੱਕ ਪੇਸ਼ੈਂਟ ਆਇਆ, ਵੈਂਟੀਲੇਟਰ ਸੀ, ਕਿਧਰ ਮਿਲਿਆ ਨਹੀਂ ਉਹਨੂੰ ਵੈਂਟੀਲੇਟਰ, ਇੱਥੇ ਆ ਗਿਆ 11 ਵਜੇ, ਮੈਂ ਇੱਥੇ ਹੀ ਸੀ। ਆ ਕੇ ਕਹਿਣ ਲੱਗਾ ਜੀ ਮਿਹਨਤਾਂ ਕਰ ਲੈ, ਐਡਮਿਟ ਕਰ ਲਓ। ਮੈਂ ਕਿਹਾ ਉਹ ਡਾਕਟਰ ਕਹਿੰਦਾ ਜੀ ਵੀਰ ਜੀ ਨਹੀਂ ਕਰ ਸਕਦੇ, ਸਾਡੇ ਕੋਲ ਸਪੋਰਟ ਨਹੀਂ ਹੈ, ਵੈਂਟੀਲੇਟਰ ਦੀ ਕੁਝ ਨਹੀਂ ਹੈ, ਕੱਲ੍ਹ ਨੂੰ ਤੁਸੀਂ ਕਹੋਗੇ। ਕਹਿੰਦੇ ਨਹੀਂ ਤੁਸੀਂ ਕਰ ਲਓ। ਉਹ ਮੈਂ ਚਲਾ ਗਿਆ, ਮੈਂ ਕਿਹਾ ਕੀ ਹੋਇਆ? ਕਹਿੰਦੇ ਜੀ ਇਸ ਤਰ੍ਹਾਂ ਕਿੱਧਰ ਹੀ ਨਹੀਂ ਮਿਲਿਆ। ਮੈਂ ਕਿਹਾ ਤੁਸੀਂ ਕੰਮ ਕਰੋ, ਪੇਸ਼ੈਂਟ ਨੂੰ ਇੱਥੇ ਪਾਓ, ਅਸੀਂ ਉਹਨੂੰ ਆਕਸੀਜਨ 'ਤੇ ਲਾ ਦਿੰਦੇ ਹਾਂ, ਬੇਸਿਕ ਦੇ ਸ਼ੁਰੂ ਕਰ ਦਿੰਦੇ ਹਾਂ, ਤੁਸੀਂ ਲੱਭ ਲਓ, ਜੇ ਮਿਲਦਾ ਫਿਰ ਲੈ ਜਾਣਾ ਤੁਸੀਂ, ਪਰ ਅਸੀਂ ਟਾਈਮਿੰਗ ਤੁਹਾਨੂੰ ਦੇ ਦੇਣਾ। ਉਹ ਇੰਨਾ ਖੁਸ਼ ਹੋ ਗਿਆ। ਇੱਥੇ ਲਾਤਾ ਐਂਬੂਲੈਂਸ ਮੰਗਵਾਈ ਜੀ, ਤੁਸੀਂ ਹੈਰਾਨ ਹੋ ਗਏ ਕਿ ਮੈਨੂੰ ਇੰਨਾ ਦੁੱਖ ਲੱਗਿਆ ਵੀ ਸਾਰੇ ਇਨਸਾਨੀਅਤ ਖਤਮ ਹੋ ਗਈ। ਇੱਥੋਂ 32 ਸੈਕਟਰ ਹਸਪੀਟਲ ਇੱਕ ਐਂਬੂਲੈਂਸ ਲੈ ਕੇ ਗਈ, ਉਹਨੇ 1400 ਰੁਪਏ ਲਿਆ। ਇੱਕ JP ਹਸਪਤਾਲ ਲੈ ਕੇ ਗਈ ਇੱਥੋਂ ਐਂਬੂਲੈਂਸ, 3500 ਰੁਪਈਆ ਚਾਰਜ ਕਰ ਲਿਆ ਉਹਨੂੰ। ਮੈਂ ਕਿਹਾ ਯਾਰ ਕਮਾਲ ਹੈ, ਕਿੱਥੇ ਜਾਵਾਂਗੇ ਇੱਥੇ? ਮਤਲਬ ਤੁਸੀਂ ਦੇਖੋ ਨਾ, ਸਾਰਾ ਕਲੈਪਸ ਹੀ ਹੋ ਗਿਆ ਸਿਸਟਮ, ਔਰ ਕੋਈ ਰੋਕਣ ਵਾਲਾ ਨਹੀਂ ਇਹਨਾਂ ਨੂੰ। ਸੁਖਪਾਲ ਸਾਹਿਬ ਇਸ ਵਕਤ ਕਿਉਂਕਿ ਜਿੱਦਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਹੁਤ ਪੈਦਾ ਹੋ ਗਿਆ, ਕਿਉਂਕਿ ਬਿਮਾਰੀ ਗੰਭੀਰ ਹੋਵੇ ਜਾਂ ਨਾ ਹੋਵੇ, ਪਰ ਉਸ ਦੇ ਨਾਲ ਜਿਹੜਾ ਡਰ ਹੈ ਇਸ ਵੇਲੇ, ਜਿਸ ਤਰੀਕੇ ਨਾਲ ਇਲਾਜ ਨਹੀਂ ਹੋ ਰਿਹਾ, ਆਕਸੀਜਨ ਦੀ ਘਾਟ ਪੈ ਗਈ, ਹਸਪਤਾਲ ਦੇ ਵਿੱਚ ਵੈਂਟੀਲੇਟਰਾਂ ਦੀ ਘਾਟ ਪੈ ਗਈ, ਸਰਕਾਰ 1 ਸਾਲ ਦੇ ਵਿੱਚ ਉਨੀ ਤਿਆਰੀ ਨਹੀਂ ਕਰ ਸਕੀ ਜਿਸ ਤਰੀਕੇ ਨਾਲ ਕਰਨੀ ਚਾਹੀਦੀ ਸੀ। ਜਦੋਂ ਲੋਕਾਂ ਦੇ ਨਾਲ ਤਾਰੁਫ ਕਰਦੇ ਹੋ, ਲੋਕਾਂ ਦੇ ਨਾਲ ਰਾਬਤਾ ਕਰਦੇ ਹੋ, ਉਹਨਾਂ ਦੇ ਜ਼ਿਹਨ ਦੀ ਸਥਿਤੀ ਇਸ ਵੇਲੇ ਕਿਸ ਤਰੀਕੇ ਨਾਲ ਸਮਝਦੇ ਹੋ? ਬਹੁਤ ਸਾਰੇ ਲੋਕ ਤੁਹਾਡੇ ਤੱਕ ਪਹੁੰਚ ਕਰਦੇ ਹੋਣੇ ਨੇ, ਜਿੱਦਾਂ ਤੁਸੀਂ ਦੱਸਿਆ ਕਿ ਰਾਤ ਨੂੰ ਵੀ 1-1 ਵਜੇ 3-3 ਵਜੇ ਫੋਨ ਆ ਰਹੇ। ਗੱਲ ਹੈ ਜੀ, ਲੋਕੀ ਬਹੁਤ ਡਰੇ ਹੋਏ ਆ, ਕਿਉਂਕਿ ਲੋਕਾਂ ਨੂੰ ਨਾ ਦਿਖਦਾ ਨਹੀਂ ਪਿਆ। ਹੁਣ ਪਹਿਲੇ ਹੁੰਦਾ ਸੀ ਵੀ ਸਾਡੇ ਕੋਲ ਹਸਪੀਟਲ ਨੇ, ਸਾਡੇ ਕੋਲ ਐਡਮਿਨਿਸਟ੍ਰੇਸ਼ਨ ਹੈ, ਹੁਣ ਤਾਂ ਉਹ ਕਲੈਪਸ ਹੈ ਸਿਸਟਮ ਬਿਲਕੁਲ। ਅੱਜ ਤੁਸੀਂ ਨਿਊਜ਼ਪੇਪਰ ਪੜ੍ਹੋ, ਹਾਈ ਕੋਰਟ ਇਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਕੋਈ ਤਾਂ ਸਿਸਟਮ, ਕੋਈ ਨੰਬਰ ਬਣਾਓ ਵੀ ਜਿਹਨੂੰ ਘਰ ਆਕਸੀਜਨ ਚਾਹੀਦੀ, ਉਹ ਕਿੱਥੇ ਜਾਵੇ, ਕਿੱਥੇ ਦੀਵਾਰ ਤੇ ਮਾਰੇਗਾ ਸਿਰ। ਅੱਜ ਦੀ ਅਖਬਾਰ ਪੜ੍ਹੋ, ਹਾਈ ਕੋਰਟ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਉਹ ਕੋਈ ਨੰਬਰ ਦਿਓ ਆਪਣੇ ਵੀ ਚੰਡੀਗੜ੍ਹ ਨੂੰ ਜ਼ੋਨ ਦੇ 'ਚ ਵੰਡ ਕੇ ਇੱਕ ਦਾ ਨੰਬਰ ਦਿਓ ਵੀ ਰਾਤੀ 2 ਵਜੇ ਕਿਸੇ ਨੂੰ ਸਿਲੰਡਰ ਚਾਹੀਦਾ, ਆਕਸੀਜਨ ਚਾਹੀਦਾ। ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਹੈ ਵੀ ਹੈ ਕਿ ਨਹੀਂ, ਪਰ ਮੈਂ ਤੁਹਾਨੂੰ ਦੱਸ ਰਿਹਾ ਉਹ ਵੀ ਮਿਲਣੀ ਕੋਈ ਨਹੀਂ। ਅਸੀਂ ਸਾਨੂੰ ਐਸ਼ੋਰੈਂਸ ਤੋਂ ਬਾਅਦ ਵੀ ਆਕਸੀਜਨ ਨਹੀਂ ਮਿਲ ਰਹੀ ਤੇ ਉਹ ਵਿਚਾਰਿਆਂ ਨੂੰ, ਉਹਨਾਂ ਨੂੰ ਕਿੱਥੋਂ ਮਿਲਣੀ? ਫੋਨ ਹੀ ਨਹੀਂ ਚੱਕਣੇ ਕਿਸੇ। ਆਕਸੀਜਨ, ਮੁਫਤ ਆਕਸੀਜਨ ਵਾਲੇ ਸਰਦਾਰ ਜੀ ਕਰਕੇ ਸਚਦੇਵਾ ਜੀ ਨੂੰ ਅੱਜ ਕੱਲ੍ਹ ਜਾਣਨ ਲੱਗ ਪਏ ਲੋਕੀ। ਅਸੀਂ ਉਹਨਾਂ ਦੀ ਖਬਰ ਕੀਤੀ, ਬਹੁਤ ਸਾਰੇ ਲੋਕਾਂ ਤੱਕ ਚਲੋ ਮਦਦ ਹੋਈ, ਪਰ ਹੁਣ ਇਹ ਵੀ ਖਬਰਾਂ ਨੇ ਕਿ ਉੱਥੇ ਵੀ ਪੁਲਿਸ ਬਿਠਾ ਦਿੱਤੀ ਗਈ। ਸਰ ਉਹ ਮਾਲੀ ਐਡਮਿਨਿਸਟ੍ਰੇਸ਼ਨ ਨੇ ਟੇਕ ਓਵਰ ਕਰ ਲਿਆ ਪਲਾਂਟ ਤੇ ਉੱਥੇ ਇਹ ਇੰਡੀਵਿਜੂਅਲ ਅਗਰ ਤੁਸੀਂ ਇੱਕ ਅੱਧਾ ਭਰਾਣ ਜਾਓਗੇ ਤਾਂ ਭਰ ਦਿੰਦੇ ਆ। ਅਗਰ ਤੁਸੀਂ ਜਿਵੇਂ ਗੱਡੀ 'ਚ ਹੁਣ ਸਾਡੀ NGO ਸਾਨੂੰ ਚਾਹੀਦੇ ਆ ਤੇ ਭਰਾ ਹੀ ਹੈ ਜੀ ਸਾਡਾ ਸਚਦੇਵਾ। ਇੰਨੇ ਦਿਨ ਉਹਦੇ ਨਾਲ ਹੀ ਮਿਲ ਕੇ ਅਸੀਂ ਸੇਵਾ ਕੀਤੀ, ਅਸੀਂ ਗੱਡੀਆਂ ਦੀ ਗੱਡੀਆਂ ਭਰ ਕੇ ਜਾਂਦੇ ਸੀ, ਉਹ ਭਰ ਕੇ ਦਿੰਦੇ। ਅੱਜ ਵੀ ਉਹੀ ਗੱਲ, ਉਹ ਆਪ ਹੈਲਪਲੈਸ ਹੈ, ਕਹਿੰਦਾ ਜੀ ਸਾਨੂੰ ਆਰਡਰ ਹੈ। ਉੱਥੇ ਐਕਸਾਈਜ਼ ਦੇ ਇੰਸਪੈਕਟਰ ਬੈਠੇ ਹੋਏ, ਕਹਿੰਦੇ ਜੀ DC ਤੋਂ ਆਰਡਰ ਲਿਓ ਤਾਂ ਭਰਾਂਗੇ। DC ਨੂੰ ਕਿਸੇ ਨੂੰ ਕਹਾਇਆ, DC ਕਹਿੰਦਾ ਮੈਂ ਤਾਂ ਦੇਣਾ ਹੀ ਨਹੀਂ, ਮੇਰੇ ਕੋਲ ਸ਼ਾਰਟੇਜ ਹੈ। ਹੁਣ ਮੈਂ ਤੁਸੀਂ ਦੱਸੋ, ਮੈਂ ਇੱਥੇ ਜਿਨ੍ਹਾਂ ਨੇ ਸਾਨੂੰ ਬਿਲਡਿੰਗ, ਉਹਨੂੰ ਮੈਂ ਕਿਹਾ ਜੀ ਤੁਸੀਂ ਮੈਨੂੰ ਦੱਸੋ ਵੀ ਅਸੀਂ ਕੀ ਕਰੀਏ ਵੀ ਹੁਣ ਅੰਦਰ 40 ਪੇਸ਼ੈਂਟ ਨੇ, ਸਾਡੇ ਕੋਲ 4 ਸਿਲੰਡਰ ਨੇ, ਹੋਰ 1.5 ਘੰਟੇ 'ਚ ਪੌਣੇ 2 ਘੰਟੇ 'ਚ ਖਤਮ ਹੋ ਜਾਣਗੇ, ਫਿਰ ਕੀ ਕਰਾਂਗੇ? ਜਾਣੀ ਕਿ ਬਾਬੇ ਨਾਨਕ ਦੇ ਜਿਹੜੇ ਸਿੱਖ ਆ ਉਹ ਸੇਵਾ ਕਰਨ ਦੇ ਲਈ ਤਿਆਰ ਨੇ। ਉਹ ਕਹਿੰਦੇ ਕਿ ਮੁਫਤ ਸਾਡੇ ਤੋਂ ਆਕਸੀਜਨ ਲੈ ਜਾਓ ਜਿੰਨੀ ਲੈ ਜਾਣੀ, ਪਰ ਹੁਣ ਪ੍ਰਸ਼ਾਸਨ ਅੜਿੱਕਾ ਬਣ ਪੜੇਗਾ। ਤੁਹਾਡੇ ਸਾਹਮਣੇ ਹੀ ਹੈ ਜੀ। ਜੇ ਅਸੀਂ ਹੁਣ ਅੱਜ ਤੁਹਾਡੀ ਟੀਮ ਦੀ ਗੱਲ ਕਰੀਏ, ਕਿੰਨੇ ਮੈਂਬਰ ਇਸ ਵੇਲੇ ਟੀਮ ਦੇ ਵਿੱਚ ਕੰਮ ਕਰ ਰਹੇ ਨੇ, ਕਿਸ ਤਰੀਕੇ ਨਾਲ ਕੰਮ ਕਰ ਰਹੇ ਨੇ? 50 ਮੈਂਬਰ ਨੇ ਜੀ, ਦਿਨ ਰਾਤ ਲੱਗੇ। ਪਹਿਲੇ ਤਾਂ 3 ਦਿਨ ਜਦੋਂ ਬਣਿਆ, ਰਾਤੀ ਵੀ ਨਹੀਂ ਗਏ। ਹਰ ਇੱਕ ਬੰਦੇ ਦੀ ਅਸੀਂ 2-2 ਮੈਂਬਰਾਂ ਦੀ ਅਸੀਂ ਡਿਊਟੀਆਂ ਲਾਈਆਂ, ਤੇਰਾ ਇਹ ਕੰਮ ਹੈ, ਤੇਰਾ ਇਹ ਕੰਮ ਹੈ, ਤੁਸੀਂ ਇਹ ਇੰਸਟਾਲੇਸ਼ਨ ਕਰਾਉਣੀ ਹੈ, ਤੁਸੀਂ ਗੱਤਿਆਂ ਦੀ ਅਰੇਂਜਮੈਂਟ ਕਰਨਾ, ਤੁਸੀਂ ਦਵਾਈਆਂ ਦੀ ਅਰੇਂਜਮੈਂਟ ਕਰਨਾ। ਤੇ ਹੁਣ ਵੀ ਤੁਸੀਂ ਦੇਖੋ ਉੱਥੇ 10-15 ਤੇ ਇੱਥੇ ਘੁੰਮ ਰਹੇ, ਵਾਰੀ ਆਈ ਜਾ ਰਹੇ ਤੇ ਕੋਈ ਦਵਾਈਆਂ ਲੈਣ ਜਾ ਰਿਹਾ। ਹੁਣ ਲੰਗਰ ਇੱਥੇ 24 ਘੰਟੇ ਲੰਗਰ ਦੀ ਵਿਵਸਥਾ ਹੈ, ਪੇਸ਼ੈਂਟ ਦੀ ਵੀ ਲੰਗਰ ਅਸੀਂ ਦਿੰਦੇ ਹਾਂ ਤੇ ਬਾਕੀ ਵੀ ਜਿਹੜੇ ਉਹਨਾਂ ਵਾਸਤੇ ਵੀ ਲੰਗਰ, ਚਾਹ, ਜੂਸ, ਫਰੂਟ, ਹਰ ਚੀਜ਼ ਟਾਈਮ ਟੂ ਟਾਈਮ ਇਹਨਾਂ ਨੂੰ ਆਪਾਂ ਪ੍ਰੋਵਾਈਡ ਕਰ ਰਹੇ ਹਾਂ। ਤੇ ਬਿਨਾਂ ਟੀਮ ਦੇ ਤਾਂ ਚੱਲਦਾ ਨਹੀਂ ਜੀ। ਮੈਨੂੰ ਤਾਂ ਇਹ ਮਾਣ ਦਿੰਦੇ ਆ ਭਰਾ ਨੇ ਸਾਡੇ, ਪਰ ਅਸਲੀ ਤਾਂ ਮਿਹਨਤ ਇਹ ਕਰ ਰਹੇ ਹਾਂ। ਮੈਂ ਤਾਂ ਉੱਥੇ ਬੈਠਾ ਤੁਹਾਡੇ ਨਾਲ ਗੱਲ ਕਰ ਲਈ, ਇੰਟਰਵਿਊ ਦੇਤੀ, ਵਾਹ ਕਰਵਾ ਲਈ, ਪਰ ਅਸਲੀ ਤਾਂ ਸਿਰ ਇਹਨਾਂ ਸਾਰੇ ਲੋਕਾਂ ਦੇ ਸਿਰ 'ਤੇ। ਸੁਰਪਾਲ ਜੀ, ਕਿਉਂਕਿ ਲੜਾਈ ਹੈ ਇਸ ਵੇਲੇ, ਗੋਲੀ ਕਿਸੇ ਦੇ ਵੀ ਲੱਗ ਸਕਦੀ ਹੈ ਤੇ
ਉਹ ਅਕਸਰ ਕਹਿ ਦਿੰਦੇ ਆ ਨਾ ਕਿ ਜਦੋਂ ਪਤਾ ਹੋਵੇ ਸੀਨਿਆਂ 'ਚ ਛੇਦ ਹੋਣਗੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਤੁਸੀਂ ਆਮ ਬੰਦਿਆਂ 'ਚ ਨਹੀਂ ਆ ਰਹੇ ਇਸ ਵਕਤ, ਕਿਉਂਕਿ ਕੋਸ਼ਿਸ਼ ਕਰ ਰਹੇ ਹੋ। ਇਸ ਵੇਲੇ ਕੋਸ਼ਿਸ਼ ਸਭ ਤੋਂ ਅਹਿਮ ਚੀਜ਼ ਹੈਗੀ ਆ। ਜਿੰਨੇ ਲੋਕ ਇਸ ਵਕਤ ਇਸ ਬਿਮਾਰੀ ਦਾ ਨਜਾਇਜ਼ ਫਾਇਦਾ ਚੱਕ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਉਹਨਾਂ ਨੂੰ ਇੱਕੋ ਗੱਲ ਕਹਾਂਗਾ ਜੀ, ਜਿਹੜੇ ਬੰਦੇ ਨੇ ਵਿਚਾਰਿਆਂ ਨੇ ਮਿਹਨਤਾਂ ਕਰਕੇ ਪੈਸੇ ਕਮਾਏ ਉਹਨਾਂ ਦਾ ਇਹ ਹਾਲ ਹੈ। ਤੁਸੀਂ ਆਪਣਾ ਸੋਚੋ, ਤੁਸੀਂ ਲੋਕਾਂ ਨੂੰ ਇਸ ਵਾਰੀ ਇੰਨਾ ਲੁੱਟਿਆ, ਤੁਹਾਡਾ ਹਾਲ ਕੀ ਹੋਏਗਾ। ਮੈਂ ਤਾਂ ਅਰਦਾਸ ਹੀ ਕਰਾਂ ਗੁਰੂ ਨਾਨਕ ਸਾਹਿਬ ਸਮਾਧੀ ਦੇ ਦਿਓ, ਨਹੀਂ ਤਾਂ ਬਖਸ਼ੇ ਨਹੀਂ ਜਾਣੇ ਕਦੀ ਵੀ। ਕੀ ਨਾਮ ਜੀ ਤੁਹਾਡਾ? राजेश बजाज। ਰਜੇਸ਼ ਜੀ, ਕਿੰਨਾ ਸਮਾਂ ਹੋ ਗਿਆ ਨਾਲ ਲੱਗੇ ਹੋਇਆਂ ਨੂੰ? ਕਿੰਨਾ ਕੰਮ ਕਰ ਰਹੇ ਹੋ? ਕੀ ਸਾਂਭ ਰਹੇ ਹੋ ਤੁਸੀਂ ਇਸ ਵਕਤ? ਅਸੀਂ ਤਾਂ ਥੋੜ੍ਹਾ ਬਹੁਤਾ ਜੋ ਇਹ ਸੇਵਾ ਕਹਿ ਰਹੇ ਹਾਂ ਆਪਾਂ ਉਹ ਕਰ ਲਈਦੇ ਆ, ਨਾਲ ਮਾੜਾ ਮੋਟਾ ਜੋ ਵੀ ਜਿੱਦਾਂ ਕੰਮ ਲਾਤਾ, ਇਹ ਲਾਤਾ, ਉਹ ਲਾਤਾ, ਜੋ ਲਾਤਾ, ਬਸ ਥੋੜ੍ਹਾ ਬਹੁਤਾ। ਪਰ ਲੋਕਾਂ ਦੇ ਹਾਲਾਤ ਜਦੋਂ ਦੇਖਦੇ ਹੋ ਉਦੋਂ ਕੀ ਚੱਲਦਾ ਹੁੰਦਾ ਜ਼ਿਹਨ ਦੇ ਵਿੱਚ? ਕਿਉਂਕਿ ਲੋਕ ਇਸ ਵੇਲੇ ਤਰਾਹ ਕਰ ਰਹੇ ਨੇ, ਸਮਝ ਨਹੀਂ ਆ ਰਹੀ ਜਾਣ ਤੇ ਜਾਣ ਕਿੱਧਰ। ਲੋਕਾਂ ਨੂੰ ਦੇਖ ਕੇ ਬਹੁਤ ਬੁਰਾ ਲੱਗਦਾ ਤੇ ਬਹੁਤ ਬੁਰਾ ਹਾਲ ਹੈ ਲੋਕਾਂ ਦਾ। ਇਸ ਦਾ ਮਤਲਬ ਸਮਝ ਨਹੀਂ ਆਉਂਦੀ ਵੀ ਕਿੱਦਾਂ ਕੀ ਮਤਲਬ ਵੀ ਆਪਣੇ ਵੱਲੋਂ ਲੱਗ ਕੇ ਲੱਗੇ ਆ ਵੀਰ ਜੀ ਨਾਲ, ਚਲੋ ਕੁਛ ਨਾ ਕੁਛ ਹੋ ਜੇ, ਉਹੀ ਕਰ ਰਹੇ ਆ ਬਸ। ਕੀ ਨਾਮ ਜੀ ਤੁਹਾਡਾ? ਸਰ ਮੇਰਾ ਨਾਮ ਅੰਸ਼ੁਲ ਅਰੋੜਾ ਹੈ। ਅੰਸ਼ੁਲ, ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ? ਵੀਰ ਜੀ ਨਾਲ ਮੈਂ ਤਾਂ ਛੋਟਾ ਜਿਹਾ ਇੱਕ ਬੰਦਾ, ਮੈਂ ਸਿਰਫ ਇਸ ਕਰਕੇ ਜੁੜਿਆ ਸੀ ਕਿ ਹਾਂ ਵੀ ਮਾਲਕ ਦੀ ਸੇਵਾ ਕਰੋ। ਮਾਲਕ ਨੇ ਇੱਕ ਚੀਜ਼ ਸਿਖਾਈ ਹੈ, ਅੱਜ ਸੇਵਾ ਕਰੇਗਾ ਤਾਂ ਕੱਲ ਉੱਪਰ ਕੁਝ ਰਿਕਾਰਡ ਲੈ ਕੇ ਜਾਏਗਾ, ਨਹੀਂ ਤਾਂ ਇੱਥੇ ਜੁੱਤੀਆਂ ਖਾਏਗਾ ਤੇ ਇੱਥੇ ਹੀ ਰਹਿ ਜਾਏਗਾ। ਸਾਡੀ ਸੋਚ ਇਹ ਸੀ ਕਿ ਕੁਝ ਅੱਛਾ ਕਰਨਾ ਹੈ। ਅੱਜ ਦੀ ਪੀੜ੍ਹੀ ਜੇ ਅੱਗੇ ਨਹੀਂ ਆਏਗੀ ਤਾਂ ਸਾਨੂੰ ਸਿੱਖਣ ਨੂੰ ਤਾਂ ਕੁਝ ਮਿਲਣਾ ਨਹੀਂ ਹੈ। ਐਜੂਕੇਸ਼ਨ ਸਕੂਲਸ ਬੰਦ ਹੈ, ਸਭ ਕੁਝ ਬੰਦ ਹੈ ਜੀ, ਤੁਸੀਂ ਕੀ ਕੁਝ ਸਿੱਖੋਗੇ? ਸਿਰਫ ਅੱਜ ਇਹ ਚੀਜ਼ ਸਿੱਖਦੇ ਹਾਂ ਇਹ ਵੱਡਿਆਂ ਨਾਲ ਕਿ ਇਹਨਾਂ ਦਾ ਆਸ਼ੀਰਵਾਦ ਲੱਗਦਾ ਰਹੇ, ਅਸੀਂ ਵੀ ਸੇਵਾ ਕਰੀਏ, ਕੁਝ ਅੱਛਾ ਕਰੀਏ। ਇਹਨਾਂ ਕੋਲ ਦਵਾਈਆਂ ਆ ਰਹੀਆਂ ਹੈ, ਸਭ ਕੁਝ ਆ ਰਿਹਾ, ਮੈਡੀਕਲ ਕਿਟਸ ਆ ਰਹੀਆਂ, ਖਾਣਾ ਆ ਰਿਹਾ ਪ੍ਰੋਪਰ। ਤੁਹਾਨੂੰ ਮੈਂ ਕੋਈ ਚੀਜ਼ ਦਿਖਾਣਾ, ਤੁਸੀਂ ਧਿਆਨ ਨਾਲ ਦੇਖੋ। ਇਹਨਾਂ ਨੇ ਸਪੈਸ਼ਲ ਇੱਕ ਅਲੱਗ ਤੋਂ ਬੈੱਡ ਰੱਖਿਆ ਹੋਇਆ ਹੈ ਕਿ ਕੋਈ ਪੇਸ਼ੈਂਟ ਆਏ ਉਹਦੇ ਲਈ ਆਕਸੀਜਨ ਮਾਸਕ, ਸਿਲੰਡਰ, ਸਭ ਕੁਝ ਐਮਰਜੈਂਸੀ ਲਈ। ਕੋਈ ਭਾਰੀ ਪੇਸ਼ੈਂਟ ਆਉਂਦਾ, ਕੋਈ ਹਲਕਾ ਆਉਂਦਾ, ਐਂਬੂਲੈਂਸ ਮੰਨ ਲਓ ਇੱਥੇ 1% ਨਾ ਸਾਂਭਿਆ ਜਾਵੇ ਤਾਂ ਨਾਲ ਦੇ ਨਾਲ ਇਹਨਾਂ ਕੋਲ ਪ੍ਰੋਪਰ ਸਿਸਟਮ ਹੈ ਕਿ ਉਸ ਪੇਸ਼ੈਂਟ ਨੂੰ ਕਿਤੇ ਨਾ ਕਿਤੇ ਨਾਲ ਸ਼ਿਫਟ ਵੀ ਕਰਨਾ ਹੈ। ਆਹ ਦੇਖੋ 6-6 ਲੱਖ ਰੁਪਏ ਦੇ, 8-8 ਲੱਖ ਰੁਪਏ ਦੇ ਇੱਥੇ ਜਨਰੇਟਰ ਪਏ ਆ ਜੀ, ਨਾਲ ਇਹ ਜਨਰੇਟਰ ਆਏ ਆ, ਉਹ ਸਿਲੰਡਰ ਲੱਗੇ ਹੋਏ ਆ। ਇਹ ਮਿਹਨਤ ਕਰਨ ਨੂੰ ਟਾਈਮ ਬਹੁਤ ਲੱਗਦਾ, ਜਿਗਰਾ ਲੱਗਦਾ ਜੀ। ਅਸੀਂ ਸਿਰਫ ਮਾਲਕਾਂ ਨੂੰ ਇਹੀ ਕਵਾਂਗੇ ਹੱਥ ਜੋੜ ਕੇ ਕਿ ਸਾਰਿਆਂ ਨੂੰ ਬਖਸ਼ੀ, ਕਿਰਪਾ ਰੱਖੀ, ਬਾਬੇ ਨਾਨਕ ਦੀਆਂ ਮੇਰਾ ਤੇਰਾ ਹੀ ਤੇਰਾ। ਕੀ ਨਾਮ ਤੁਹਾਡਾ? ਮੇਰਾ ਨਾਮ ਸੁਭਾਸ਼ ਨਾਰੰਗ ਹੈ ਜੀ, ਸਿਟੀ ਹਾਰਟ ਹੋਟਲ ਵਾਲੇ ਹੈਗੇ। ਮੈਂ ਚੰਡੀਗੜ੍ਹ ਵਪਾਰ ਮੰਡਲ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈਗਾ। ਮੈਨੂੰ ਭਾਈ ਸਾਹਿਬ ਨਾਲ ਲੱਗਿਆ ਕੋਈ 4-5 ਸਾਲ ਹੋ ਗਏ ਨੇ, 5 ਸਾਲ ਤੋਂ ਵੀ ਜ਼ਿਆਦਾ ਹੋ ਗਿਆ। ਇਹਨਾਂ ਨੇ ਪਹਿਲੇ ਸੇਵਾ ਦਾ ਕੰਮ ਜਿਹੜਾ ਗੁਰੂ ਕਾ ਲੰਗਰ ਆਈ ਹਸਪੀਟਲ ਸ਼ੁਰੂ ਕੀਤਾ ਸੀ, ਅਸੀਂ ਉਦੋਂ ਤੋਂ ਇਹਨਾਂ ਦੇ ਨਾਲ ਹੈਗੇ ਹਾਂ। ਇਹ ਤਾਂ ਉਹ ਸ਼ਖਸ ਹੈਗੇ ਨੇ ਕਿ ਬਸ ਸਮਝ ਲਓ ਸਾਡੇ ਅੱਜ ਕੱਲ੍ਹ ਦੇ ਗੁਰੂ ਹੈਗੇ ਨੇ। ਜਿਸ ਤਰ੍ਹਾਂ ਬਾਬਾ ਨਾਨਕ ਜਾਂ ਹੋਰ 10 ਗੁਰੂ ਹੋਏ ਨੇ, ਉਹਨਾਂ ਦੀ ਅੰਸ਼ ਵਿੱਚੋਂ ਹੈਗੇ ਨੇ। ਅਤੇ ਇਹਨਾਂ ਦਾ ਹੁਕਮ ਹੁੰਦਾ ਅਤੇ ਸਾਡੇ ਅੰਦਰ ਇੰਨਾ ਕੁ ਕਰੰਟ ਆ ਜਾਂਦਾ ਹੈ ਕਿ ਸਾਨੂੰ ਫਿਰ ਹੋਰ ਕੁਝ ਨਹੀਂ ਸੋਚਦਾ। ਅਸੀਂ ਉਸੇ ਵਕਤ ਇਹਨਾਂ ਦੇ ਅੱਧੀ ਰਾਤ ਨੂੰ ਵੀ ਪਹੁੰਚ ਜਾਈਦਾ ਅਤੇ ਜੋ ਹੁਕਮ ਹੁੰਦਾ ਇਹਨਾਂ ਦਾ ਉਹ ਅਸੀਂ ਸੇਵਾ ਕਰੀਦੀ ਹੈ। ਸਬਰਵਾਲ ਸਾਹਿਬ, ਬੜੀ ਇਹ ਅਹਿਮ ਚੀਜ਼ ਹੁੰਦੀ ਹੈ ਕਿ ਲੋਕਾਂ ਦਾ ਭਰੋਸਾ ਜਿੱਤਣਾ। ਤੁਸੀਂ ਉਹ ਭਰੋਸਾ ਕਾਇਮ ਕਰਨ ਦੇ ਵਿੱਚ ਉਸ ਤੋਂ ਬਾਅਦ ਕਾਇਮ ਰੱਖਣਾ, ਉਹ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ। ਲੰਮਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ, ਲੋਕ ਜੁੜੇ ਹੋਏ ਨੇ। ਲੱਗਦਾ ਕਿ ਭਰੋਸਾ ਬਣਾ ਕੇ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ, ਬਹੁਤ ਔਖਾ, ਬਹੁਤ ਮੁਸ਼ਕਿਲ ਹੁੰਦੀ ਹੈ। ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਏ ਸਭ ਕੁਝ ਠੀਕ ਹੈ ਜੀ। ਇਹ ਜੋ ਕੁਝ ਹੈ ਨਾ, ਸਾਰਾ ਕੁਝ ਉਹਨਾਂ ਦਾ ਪ੍ਰਤਾਪ ਹੈ, ਉਹਨਾਂ ਦੀ ਬਖਸ਼ਿਸ਼ ਰਹਿਮਤ ਹੈ। ਉਹਨਾਂ ਨੇ ਸਾਡੇ ਸਿਰ ਤੇ ਹੱਥ ਰੱਖਿਆ ਤੇ ਕੰਮ ਕਰਾ ਰਹੇ ਹਾਂ। ਅਸੀਂ ਅਰਦਾਸ ਕਰਦੇ ਹਾਂ ਵੀ ਸਤਿਗੁਰ ਦਾ ਤਰਸ ਤੇ ਹੱਥ ਸਾਡੇ ਪਰਿਵਾਰ ਤੇ ਬਣਿਆ ਰਹੇ। लो जी लो करो बात। आंटी ठीक हो? हाँ ठीक है। कोई दिक्कत? नहीं इतनी दिक्कत नहीं है, बस सांस चढ़ता है। बाकी ठीक है सब? हाँ बाकी तो पहले भी ठीक था, बस बुखार था तो खाना पीना कैसा हो आपका? खाना पीना हाँ, पहले से बढ़िया? नहीं आ रहा था, अब बड़ा स्वाद अच्छा रहा? साफ सफाई साफ सफाई बहुत अच्छी है। ऐसे घुमाना है सबसे पहले। ओके। बस आज तो स्टीम भी मिली है, बस नेबुलाइजर मंगा दो। आंटी ठीक हो? ठीक नहीं है? क्या हुआ? सिर में दर्द हो रहा है? अच्छा चक्कर आ रहा है, ठीक है वो भी कर देंगे निकाल। और कोई दिक्कत? ठीक है, सिचुएशन चेक कर लेते हैं। चल दवा जो बड़ी पेश ना ना ठीक हो गया। आंटी छोटी छोटी बनाना, थोड़ी स्टॉप करके ना 2-3 बार बनाना। कोई प्रॉब्लम आ गया आपको? नहीं ज़्यादा नहीं। वैसे आपकी सैचुरेशन है?
खाने पीने का ध्यान रखो। 80 रुपये नहीं अभी नहीं आ रही अब तो ठीक है, ये खाना खाने के बाद सिर्फ पेमेंट अपने का, ठीक ठीक है? है जी है ना? एक बार लेना है ये हाँ, हाँ, इस सिर्फ पेमेंट। ऐसे रख लेना ठीक है 5 रिपोर्ट तो ये कौन सा जी? अच्छा, छोड़ करके नहीं खाना कट करके। खा लिया आपने खाना? कोई दिक्कत? कैसा महसूस कर रहे हो अंकल जी? कैसा महसूस कर रहे हो? ठीक लग रहे हैं आपको? नहीं है वैसे भी यहाँ कोई प्रॉब्लम तो नहीं? ठीक है ओके। मैं आशीष जी, आशीष सਹਿਜਪਾਲ। ਇਹ ਐਕਚੁਅਲੀ ਸਾਡੀ ਫੈਮਿਲੀ ਹੈਗੇ, ਮੇਰੇ ਮਾਮਾ ਜੀ ਦਾ ਪਰਿਵਾਰ, ਤੇ ਇਹਨਾਂ ਦੀ ਕਾਫੀ ਤਬੀਅਤ ਖਰਾਬ ਹੋ ਗਈ ਸੀਗੀ ਤੇ ਮੁਜ਼ੱਫਰਨਗਰ ਤੋਂ ਇੱਧਰ ਆਏ ਹੈਗੇ ਤੇ ਦੀ फैमिली इज़ क्रिटिकल एंड अपना संतोख नर्सिंग होम में एडमिटेड है, मगर बाकी परिवार जिनके कम सिम्टम्स हैं तो उनको हम यहाँ पे क्वारंटीन करवा रहे हैं। हाँ जी, नहीं 13 जी बहुत अच्छा कर रहे हैगे, ये बहुत हेल्पफुल हैगा इस समय बहुत ही हेल्पफुल हैगा ਜਿਹੜਾ पूरा परिवार। ਇਹ ਬੱਚੇ ਕਰਕੇ ਥੋੜਾ ਜਿਹਾ ਸਾਨੂੰ ਹੈਗਾ, ਅਗਰ ਮਦਰ ਕੋਲ ਰਹਿੰਦਾ ਤਾਂ ਜ਼ਿਆਦਾ ਠੀਕ ਰਹਿੰਦਾ, ਮਗਰ ਸਿਚੁਏਸ਼ਨ ਇਸ ਤਰ੍ਹਾਂ ਹੈਗੀ ਕਿ ਬੱਚੇ ਨੂੰ ਸਾਨੂੰ ਮਦਰ ਤੋਂ ਦੂਰ ਰੱਖਣਾ ਪੈ ਰਿਹਾ ਤੇ ਬਾਕੀ 13 ਬਹੁਤ ਹੀ ਜ਼ਿਆਦਾ ਸਪੋਰਟ ਕਰ ਰਹੇ ਹੈ। ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਹਾਲਾਤਾਂ ਦੇ ਵਿੱਚ ਕਿੰਨੀ ਜ਼ਰੂਰਤ ਹੈਗੀ ਇਦਾਂ ਦੇ ਸੈਂਟਰਸ ਦੀ ਤੁਹਾਡੇ ਸਾਹਮਣੇ? ਚੰਡੀਗੜ੍ਹ ਫਿਰ ਵੀ ਸਿਚੁਏਸ਼ਨ ਜੀ ਬਹੁਤ ਅੱਛੀ ਹੈ, ਬਾਕੀ ਇਸ ਤਰ੍ਹਾਂ 13 जिस तरह ऑर्गेनाइजेशन है बहुत सपोर्ट कर रही हैं हैगियाँ। भगवान करे सिचुएशन अंडर कंट्रोल रहे, मगर बाकी शहरों में बहुत ही सिचुएशन ख़राब है जिसके कारण लोग चंडीगढ़ आना थोड़ा प्रेफर कर रहे हैं, मगर अगर इसी तरह सिचुएशन रही तो बहुत मुश्किल समय सबको हमें देखना पड़ेगा। ਮੋਹਿਤ ਸਿੰਗਲਾ ਜੀ। ਕੌਣ ਪਰਿਵਾਰ ਦਾ ਮੈਂਬਰ ਆਇਆ? ਮੰਮੀ ਹੈ ਜੀ ਮੇਰੇ ਐਡਮਿਟ ਇੱਥੇ। ਕੀ ਸਿੰਪਟਮ ਸੀਗੇ? ਹਾਂ ਸਿੰਪਟਮ ਸੀਗੇ, ਆਕਸੀਜਨ ਲੈਵਲ ਡਾਊਨ ਆ ਗਿਆ ਸੀ, 86 ਆ ਗਿਆ ਸੀ। ਤੇ ਕਿੱਦਾਂ ਦੇਖਦੇ ਹੋ ਇਹ ਜਿਹੜਾ ਕੋਵਿਡ ਸੈਂਟਰ ਬਣਿਆ ਕਿੰਨੀ ਹੈਲਪਫੁਲ ਹੈਗਾ ਇਹ? ਸਰ ਬਿਲਕੁਲ ਇਸ ਟਾਈਮ ਜਿਵੇਂ ਦੇਖੋ ਹੁਣ ਕਿਤੇ ਵੀ ਬੈੱਡ ਨਹੀਂ ਮਿਲੇ ਸਾਨੂੰ, ਅੰਬਾਲੇ 'ਚ ਕਿਤੇ ਨਹੀਂ ਮਿਲੇ, ਚੰਡੀਗੜ੍ਹ ਸਾਰੇ ਪ੍ਰਾਈਵੇਟ ਹਸਪੀਟਲ ਧੱਕੇ ਖਾਏ, ਐਡਮਿਟ ਹੀ ਨਹੀਂ ਕਰ ਰਹੇ। ਤਾਂ ਇਹ ਵੇਖਿਆ ਸੀ ਅਸੀਂ ਫੇਸਬੁੱਕ ਤੇ ਵੇਖਿਆ ਸੀਗਾ ਵੀ ਹੈ ਕੰਮ ਕੀ ਕਰ ਰਹੇ NGO, ਤਾਂ ਮੈਂ ਇੱਕ ਟਰਾਈ ਮਾਰੀ ਇੱਥੇ ਆਇਆ ਤੇ ਇੱਥੇ ਸਾਡਾ ਐਡਮਿਸ਼ਨ ਹੋ ਗਿਆ। ਜਦੋਂ ਸਾਰਾ ਕੁਝ ਸਿਸਟਮ ਕਲੈਸ਼ ਹਾਂਜੀ। ਕਰ ਚੁੱਕਾ ਉਸ ਮੌਕੇ ਤੇ ਇਹ ਜਿਹੜੀ ਸੇਵਾ ਹੋ ਰਹੀ ਹੈ ਇਹਨੂੰ ਸੇਵਾ ਨੂੰ ਕਿਵੇਂ ਦੇਖਦੇ ਹੋ? ਸਰ ਬਸ ਮੈਂ ਤਾਂ ਕਹਾਂਗਾ ਬਹੁਤ ਹੈਲਪਫੁਲ ਹੈ ਸਾਡੇ ਲਈ ਵੀ। ਇਸ ਟਾਈਮ ਮੰਮੀ ਮੇਰੇ ਐਡਮਿਟ ਹੋਏ ਨੇ, ਮੰਮੀ ਦੀ ਬਹੁਤ ਜ਼ਿਆਦਾ ਕੰਡੀਸ਼ਨ ਖਰਾਬ ਸੀਗੀ, ਮਤਲਬ ਮੇਰੇ ਲਈ ਤਾਂ ਰੱਬ ਦਾ ਰੂਪ ਹੀ ਹੈ ਜੀ। ਇਸ ਟਾਈਮ ਐਡਮਿਸ਼ਨ ਮਿਲ ਗਿਆ ਸਾਨੂੰ, ਆਕਸੀਜਨ ਮਿਲ ਗਈ ਇੱਥੇ, ਹੋਰ ਕੁਝ ਨਹੀਂ। ਆਕਸੀਜਨ ਮਿਲ ਨਹੀਂ ਰਹੀ ਸੀ ਕਿਤੇ ਵੀ? ਨਹੀਂ ਕਿਤੇ ਵੀ ਨਹੀਂ, ਕੋਈ ਐਡਮਿਟ ਹੀ ਨਹੀਂ ਕਰ ਰਿਹਾ ਸੀਗਾ, ਪੇਸ਼ੈਂਟ ਨੂੰ ਅਟੈਂਡ ਹੀ ਨਹੀਂ ਕਰ ਰਿਹਾ ਸੀਗਾ। ਕੋਈ ਕਿਤੇ ਵੀ ਜਾਈਏ ਮਤਲਬ ਕੋਈ ਅਟੈਂਡ ਹੀ ਨਹੀਂ ਕਰਦਾ, ਉਹ ਕਹਿੰਦਾ ਜੀ ਸਾਡੇ ਕੋਲ ਬੈੱਡ ਹੀ ਨਹੀਂ ਹੈਗੇ, ਅੰਦਰ ਹੀ ਨਹੀਂ ਵੜਨ ਦਿੰਦੇ ਸੀਗੇ। ਠੀਕ ਹੈ ਜੀ, ਰਿਪੋਰਟਾਂ ਵਿਖਾਉਂਦੇ ਜੀ ਡਾਕਟਰ ਨੂੰ, ਉਹ ਕਹਿੰਦੇ ਜੀ ਨੋਰਮਲ ਆ, ਚਲੇ ਜਾਓ ਘਰੇ ਇਲਾਜ ਕਰੋ, ਹੋਰ ਕੁਝ ਵੀ ਨਹੀਂ। ਜਿਹੜੀ ਕੰਮ ਗਵਰਨਮੈਂਟ ਨੂੰ ਕਰਨੇ? ਹਾਂ ਸਰ ਇਹ ਗੱਲ ਬਿਲਕੁਲ ਠੀਕ ਗੱਲ ਆ। ਦੇਖੋ ਇੱਕ ਮਤਲਬ ਗਵਰਨਮੈਂਟ ਦੇ ਮੂਹਰੇ ਥੱਪੜ ਵੀ ਕਹਿ ਸਕਦਾ ਮੈਂ ਹੈ ਵੀ 36 ਆਰ 'ਚ ਇੰਨਾ ਵਧੀਆ ਮਤਲਬ ਕੋਵਿਡ ਸੈਂਟਰ ਬਣਾਇਆ ਹੈ। ਠੀਕ ਹੈ, ਸਾਡੀ ਗਵਰਨਮੈਂਟ ਪਿਛਲੇ 1 ਸਾਲ ਤੋਂ ਕੋਵਿਡ ਦਾ ਚੱਲ ਰਿਹਾ ਹੈ, ਬਟ ਇਹਨਾਂ ਨੇ ਕੋਈ ਐਕਸ਼ਨ ਲਿੱਤਾ। ਚਲੋ ਅਸੀਂ ਕਹਿੰਦੇ ਹਾਂ 6-7 ਸਾਲ ਹੋ ਗਏ ਮੇਰੇ BJP ਨੂੰ। ਠੀਕ ਹੈ, 6 ਸਾਲ 'ਚ ਇਹਨਾਂ ਨੇ ਕੁਝ ਨਹੀਂ ਕੀਤਾ, ਕੋਈ ਗੱਲ ਨਹੀਂ। 1 ਸਾਲ ਤੋਂ ਕੋਵਿਡ ਚੱਲ ਰਿਹਾ ਹੈ, ਇਹਨਾਂ ਨੂੰ ਐਟਲੀਸਟ ਕੁਝ ਸੋਚਣਾ ਚਾਹੀਦਾ ਸੀ 1 ਸਾਲ 'ਚ ਵੀ ਇਹਨਾਂ ਅਰੇਂਜਮੈਂਟ ਕਰਨ, ਬਟ ਅੱਜ ਇਹਨਾਂ ਦੇ ਅੱਲੇ ਪੱਲੇ ਕੁਝ ਨਹੀਂ ਹੈਗਾ। ਮਤਲਬ ਕੋਈ ਫੈਸਿਲਿਟੀ ਨਹੀਂ ਦੇ ਰਹੇ, ਕੁਝ ਨਹੀਂ ਦੇ ਰਹੇ, ਮਤਲਬ ਆਪਣਾ ਬੈਠੇ ਨੇ। ਇਹਨਾਂ ਨੂੰ ਕੋਈ ਇਹਨਾਂ ਦੇ ਮਤਲਬ ਹੁਣ ਆਪਾਂ PM ਮੋਦੀ ਦੀ ਗੱਲ ਕਰੀਏ ਆਪਣੇ, ਇਹਨਾਂ ਦਾ ਇੱਕ ਵੀ ਕੋਈ ਬਿਆਨ ਨਹੀਂ ਆ ਰਿਹਾ ਵੀ ਕਿ ਕੋਵਿਡ ਲਈ ਅਸੀਂ ਇਹ ਕਰ ਰਹੇ ਹਾਂ ਉਹ ਕਰ ਰਹੇ ਹਾਂ, ਕੁਝ ਨਹੀਂ ਆ ਰਿਹਾ। ਮਤਲਬ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਜਨਤਾ ਦੀ, ਇਹਨਾਂ ਨੂੰ ਸਿਰਫ ਆਪਣੇ ਆਪ ਤੋਂ ਮਤਲਬ ਹੈ। ਆਪਣੇ ਰੈਲੀਆਂ ਕਰਾ ਲਓ, ਇਲੈਕਸ਼ਨ ਜਿਤਵਾ ਲਓ, ਇਹ ਕਰ ਲਓ, ਬਸ ਦੈਟਸ ਇਟ। ਇਸ ਪੂਰੇ ਡਰ ਦੇ ਮਾਹੌਲ ਦੇ ਵਿੱਚ, ਖੌਫ ਦੇ ਮਾਹੌਲ ਦੇ ਵਿੱਚ, ਇਸ ਬਿਮਾਰੀ ਦੇ ਆਲਮ ਦੇ ਵਿੱਚ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸਿੱਧੇ ਤੌਰ ਤੇ ਹੁਣ ਤੱਕ ਬਹੁਤ ਸਾਰੇ ਲੋਕਾਂ ਤੱਕ ਆਕਸੀਜਨ ਪਹੁੰਚਾ ਚੁੱਕੇ ਨੇ। ਉਸ ਤੋਂ ਇਲਾਵਾ ਹੁਣ ਸਿੱਧੇ ਤੌਰ ਤੇ ਇੱਕ ਕੋਵਿਡ ਸੈਂਟਰ ਤਿਆਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਇੱਕ ਹੋਰ ਵੱਡਾ ਕੋਵਿਡ ਸੈਂਟਰ ਵੀ ਤਿਆਰ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਤਿਆਰ ਕਰ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਦਿੱਕਤ ਨਾ ਆਵੇ, ਮੁਸ਼ਕਿਲ ਨਾ ਹੋਵੇ। ਕਿਉਂਕਿ ਇਸ ਵਕਤ ਜੋ ਹਾਲਾਤ ਨੇ, ਇਨਸਾਨੀਅਤ ਪਰਖੀ ਜਾ ਰਹੀ ਹੈ ਤੇ ਇਨਸਾਨੀਅਤ ਦੀ ਜਿਉਂਦੀ ਜਾਗਦੀ ਉਦਾਹਰਣ ਨੇ ਹਰਜੀਤ ਸਿੰਘ ਸੱਭਰਵਾਲ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਪ੍ਰੀਤ ਦੇ ਨਾਲ ਹਰਦੀਪ ਸਿੰਘ ਭੋਗਲ, ਸਪੋਕਸਮੈਨ TV, ਚੰਡੀਗੜ੍ਹ।